वाहिगुरु जी का खालसा वाहिगुरु जी की फतेह। गुरमुख प्यारिओ, आओ अज आपां इस इतिहास राहीं ਇਹ ਗੱਲ ਸਾਂਝੀ ਕਰਨ ਲੱਗੇ ਹਾਂ ਕਿ ਜਿਨ੍ਹਾਂ ਦੇ ਮਨ ਵਿੱਚ ਦਇਆ ਹੁੰਦੀ ਹੈ ਉਹਨਾਂ ਨੂੰ ਪਰਮੇਸ਼ਰ ਕਿਵੇਂ ਦਰਸ਼ਨ ਦਿੰਦਾ ਹੈ। ਰੂਸ ਦੇਸ਼ ਬਸਰੇ ਸ਼ਹਿਰ ਵਿਖੇ ਰਹਿਣ ਵਾਲੀ ਇੱਕ ਰੈਬਾ ਨਾਮੀ ਰਾਜੇ ਦੀ ਲੜਕੀ ਸੀ, ਜਿਸ ਦੀ ਕਿਸਮਤ ਵਿੱਚ ਮਾਪਿਆਂ ਦਾ ਕੋਈ ਸੁੱਖ ਨਹੀਂ ਸੀ। ਜਿਸ ਵੇਲੇ ਇਹ ਜੰਮੀ ਸੀ ਤਾਂ ਥੋੜ੍ਹੇ ਸਮੇਂ ਪਿੱਛੋਂ ਕਿਸੇ ਦੂਜੇ ਬਾਦਸ਼ਾਹ ਨੇ ਰੂਸ ਦੇਸ਼ ਦੇ ਰਾਜੇ ਉੱਤੇ ਚੜ੍ਹਾਈ ਕਰ ਦਿੱਤੀ। ਉਸ ਜੰਗ ਵਿੱਚ ਇਸ ਲੜਕੀ ਦੀ ਮਾਂ, ਪਿਓ ਵਗੈਰਾ ਸਾਰਾ ਹੀ ਪਰਿਵਾਰ ਕਤਲ ਹੋ ਗਿਆ। ਰੈਬਾ ਨੂੰ ਪਾਲਣ ਵਾਲੀ ਜੋ ਦਾਸੀ ਸੀ, ਉਹ ਕਿਸੇ ਤਰੀਕੇ ਨਾਲ ਦੂਜੇ ਰਾਜੇ ਤੋਂ ਅੱਖ ਚੁਰਾ ਕੇ ਇਸ ਨੂੰ ਲੈ ਕੇ ਬਾਹਰ ਨਿਕਲ ਗਈ। ਹੋਰ ਕੋਈ ਟਿਕਾਣਾ ਨਾ ਮਿਲਿਆ, ਪਰ ਇੱਕ ਫਕੀਰਾਂ ਦਾ ਅਸਥਾਨ ਸੀ। ਉੱਥੇ ਲਿਜਾ ਕੇ ਉਹਨਾਂ ਨੂੰ ਆਪਣੀ ਹਾਲਤ ਦੱਸ ਕੇ ਰਹਿਣ ਲੱਗ ਪਈ। ਉੱਥੇ ਹੀ ਇਸ ਬੱਚੀ ਦੀ ਪਾਲਣਾ ਕਰਦੀ ਰਹੀ। ਫਕੀਰਾਂ ਦੀ ਗੁੜਤੀ ਨਾਲ ਬਾਲ ਅਵਸਥਾ ਵਿੱਚ ਹੀ ਬੱਚੀ ਦੀ ਲਿਵ ਖੁਦਾ ਨਾਲ ਜੁੜਨ ਲੱਗ ਪਈ। ਬਾਲ ਅਵਸਥਾ ਵਿੱਚ ਜੋ ਬੱਚਿਆਂ ਨੂੰ ਖੇਡ ਪਿਆਰੀ ਹੁੰਦੀ ਹੈ, ਉਹ ਤਾਂ ਇਸ ਦੇ ਨਜ਼ਦੀਕ ਵੀ ਨਹੀਂ ਸੀ ਆ ਰਹੀ। ਜੋਬਨ ਵਿੱਚ ਜੇ ਕਈ ਤਰ੍ਹਾਂ ਦੇ ਵਿਕਾਰ ਉੱਠਦੇ ਹਨ, ਉਹ ਵੀ ਉਸ ਦੇ ਨਿਵਰਤ ਹੋ ਗਏ। ਇੱਕ ਦਿਨ ਦਾਸੀ ਇਸ ਨੂੰ ਲੈ ਕੇ ਕਿਧਰੇ ਜਾ ਰਹੀ ਸੀ। ਰਾਹ ਵਿੱਚ ਬੇਸ਼ਵਾ ਨੇ ਦੇਖ ਲਿਆ। ਹੈ ਸੀ ਬੜੀ ਸੁੰਦਰ ਸਰੂਪ ਵਾਲੀ। ਵੇਸ਼ਵਾ ਨੇ ਉੱਥੇ ਖਲੋ ਕੇ ਦਾਸੀ ਨੂੰ ਮਾਇਆ ਦਾ ਲਾਲਚ ਦੇ ਕੇ ਚਿੱਤ ਭਰਮਾ ਲਿਆ। 5000 ਰੁਪਈਆ ਲੈ ਕੇ ਦਾਸੀ ਨੇ ਉਸ ਨੂੰ ਵੇਸ਼ਵਾ ਪਾਸ ਮੁੱਲ ਵੇਚ ਦਿੱਤਾ। ਵੇਸ਼ਵਾ ਨੇ ਆਪਣੇ ਪਾਸ ਲਿਆ ਕੇ ਉਸ ਰਾਜ ਲੜਕੀ ਨੂੰ ਆਪਣੀ ਦੁਕਾਨ ਦੇ ਉੱਪਰ ਚੁਬਾਰੇ ਵਿੱਚ ਬਿਠਾ ਦਿੱਤਾ। ਜਿਸ ਵੇਲੇ ਵੇਸ਼ਵਾ ਪਾਸ ਇੱਕ ਸਾਹੂਕਾਰ ਆਇਆ ਤਾਂ ਉਸਨੇ ਉਸ ਪਾਸੋਂ ਪੈਸੇ ਲੈ ਕੇ ਉੱਪਰ ਭੇਜ ਦਿੱਤਾ। ਉਹ ਸਾਹੂਕਾਰ ਚਿੱਤ ਵਿਖੇ ਵਿਚਾਰ ਭਾਵਨਾ ਲੈ ਕੇ ਉੱਪਰ ਭੇਜ ਦਿੱਤਾ, ਪਰ ਅਜੇ ਦਰਵਾਜ਼ੇ ਅੰਦਰ ਪੈਰ ਪਾਇਆ ਹੀ ਸੀ ਤਾਂ ਰੈਬਾ ਨੂੰ ਦੇਖਦਿਆਂ ਸਾਰ ਹੀ ਉਸ ਦੇ ਸਰੀਰ ਵਿੱਚ ਵਿਆਕੁਲਤਾ ਆ ਗਈ। ਮੂਰਛਾ ਜਿਹਾ ਹੋ ਗਿਆ, ਨੇਤਰਾਂ ਤੋਂ ਅੰਨਾ ਹੋ ਗਿਆ। ਦਿਲ ਫੇਲ ਹੁੰਦਾ ਵੇਖ ਕੇ ਉੱਥੇ ਹੀ ਡਿੱਗ ਪਿਆ। ਤਾਂ ਜੇਕਰ ਪਿੱਛੇ ਨੂੰ ਮੁੜਦਾ ਤਾਂ ਠੀਕ ਹੋ ਜਾਂਦਾ। ਇਸ ਨੇ ਰੈਬਾ ਪਾਸ ਪਹੁੰਚਣ ਦੇ ਕਈ ਹੀਲੇ ਕੀਤੇ, ਪਰ ਜਦ ਸਾਰੇ ਯਤਨ ਵਿਅਰਥ ਚਲੇ ਗਏ ਤਾਂ ਆਖਿਰ ਇਸ ਦੇ ਮਨ ਵਿੱਚ ਇਹ ਵਿਚਾਰ ਆਈ, ਇਹ ਲੜਕੀ ਕੋਈ ਸ਼ਕਤੀਵਾਨ ਰੱਬ ਦੀ ਪਿਆਰੀ ਅਤੇ ਭਗਤੀ ਵਾਲੀ ਪ੍ਰਤੀਤ ਹੁੰਦੀ ਹੈ ਤਾਂ ਤੇ ਇਸ ਪਾਸੋਂ ਕੋਈ ਲਾਭ ਪ੍ਰਾਪਤ ਕਰੀਏ। ਉਸ ਵੇਲੇ ਮਨ ਵਿੱਚ ਸ਼ੁੱਧ ਭਾਵਨਾ ਧਾਰ ਕੇ ਬੇਨਤੀ ਕੀਤੀ ਕਿ ਅੱਜ ਤੋਂ ਲੈ ਕੇ ਤੂੰ ਮੇਰੀ ਧਰਮ ਮਾਤਾ ਹੈ, ਮੈਂ ਤੇਰਾ ਪੁੱਤਰ ਹਾਂ। ਮੇਰੀ ਵਿਸ਼ੇ ਭਾਵਨਾ ਵਾਲੀ ਕੀਤੀ ਹੋਈ ਨੂੰ ਗੁਸਤਾਖੀ ਨੂੰ ਮਾਫ਼ ਕਰ ਦੇ। ਮੈਂ ਤੇਰਾ ਪੁੱਤਰ ਹਾਂ, ਮੇਰੀ ਵਿਸ਼ੇ ਭਾਵਨਾ ਵਾਲੀ ਕੀਤੀ ਹੋਈ ਗੁਸਤਾਖੀ ਨੂੰ ਮਾਫ਼ ਕਰ ਦੇ। ਇਸ ਦੀ ਸ਼ੁੱਧ ਭਾਵਨਾ ਨੂੰ ਦੇਖ ਕੇ ਰੈਬਾ ਨੇ ਕਿਹਾ, ਖੁਦਾ ਤੈਨੂੰ ਬਖਸ਼ੇਗਾ। ਫਿਰ ਰੈਬਾ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ, ਹੇ ਮਾਤਾ, ਜੇ ਤੇਰਾ ਸੰਕਲਪ ਹੋਵੇ ਤਾਂ ਇਸ ਵੇਸ਼ਵਾ ਦੀ ਕੈਦ ਤੋਂ ਛੁਡਾ ਕੇ ਲੈ ਜਾਵਾਂ। ਰੈਬਾ ਨੇ ਕਿਹਾ, ਮੈਂ ਹੋਰ ਕੀ ਚਾਹੁੰਦੀ ਹਾਂ, ਤੂੰ ਕਿਰਪਾ ਕਰਕੇ ਇਸ ਨਰਕ 'ਚੋਂ ਕੱਢ ਕੇ ਲੈ ਚੱਲ। ਉਸ ਵੇਲੇ ਉਸ ਸਾਹੂਕਾਰ ਕੋਲੋਂ ਜਿਤਨਾ ਰੁਪਈਆ ਵੇਸ਼ਵਾ ਨੇ ਮੰਗਿਆ ਉਤਨਾ ਹੀ ਦੇ ਦਿੱਤਾ ਤੇ ਰੈਬਾ ਨੂੰ ਆਪਣੇ ਘਰ ਲੈ ਗਿਆ ਅਤੇ ਕਿਹਾ, ਇਹ ਘਰ-ਬਾਰ ਸਾਰਾ ਤੇਰਾ ਹੀ ਹੈ। ਤੂੰ ਮਾਂ ਤੇ ਮੈਂ ਤੇਰਾ ਪੁੱਤ ਹਾਂ। ਜੇ ਤੂੰ ਆਗਿਆ ਕਰੇਂਗੀ ਮੈਂ ਮੰਨਾਂਗਾ।
खुदा दे हुक्म अंदर उस राजे दी लड़की ने उस जगह अंदर सोहणे दिन बतीत कीते। जो कहे ओह लड़का आग्या मन्नी जावे। ਅਤੇ ਰਹਿਬਾਂ ਦੇ ਕਰਤੱਵ ਨੂੰ ਦੇਖ ਕੇ ਉਹ ਸ਼ਾਹੂਕਾਰ ਵੀ ਸਵੇਰੇ ਉੱਠ ਕੇ ਭਜਨ ਕਰਿਆ ਕਰੇ। ਕਰਦਿਆਂ ਕਰਦਿਆਂ ਇਸ ਦਾ ਮਨ ਵੀ ਜੁੜ ਗਿਆ। ਇੱਕ ਦਿਨ ਲੜਕੇ ਨੇ ਪੁੱਛਿਆ, ਮਾਤਾ ਕਿਸੇ ਗੱਲੋਂ ਤਕਲੀਫ ਤਾਂ ਨਹੀਂ? ਰਾਜ ਕੰਨਿਆ ਨੇ ਕਿਹਾ, ਪੁੱਤਰ ਤੂੰ ਸਾਰੇ ਸੁੱਖ ਦਿੱਤੇ ਹਨ, ਖੁਦਾ ਤੇਰਾ ਭਲਾ ਕਰੇਗਾ। ਪਰ ਇਸ ਵਕਤ ਮੇਰਾ ਦਿਲ ਮੱਕੇ ਜਾਣ ਨੂੰ ਕਰਦਾ ਹੈ। ਜੇ ਤੂੰ ਛੁੱਟੀ ਦੇਵੇਂ ਤਾਂ ਮੈਂ ਹੋ ਆਵਾਂ। ਲੜਕੇ ਨੇ ਕਿਹਾ, ਮਾਂ ਜੇ ਤੇਰੇ ਦਿਲ ਵਿੱਚ ਸੰਕਲਪ ਉੱਠਿਆ ਹੈ ਤਾਂ ਜ਼ਰੂਰ ਹੋ ਆ। ਮੇਰੇ ਵੱਲੋਂ ਕੋਈ ਇਨਕਾਰ ਨਹੀਂ ਹੈ। ਤੈਨੂੰ ਜਿਸ ਚੀਜ਼ ਦੀ ਲੋੜ ਹੈ ਉਹ ਤੂੰ ਲੈ ਲੈ। ਉਸ ਵੇਲੇ ਰਾਜ ਲੜਕੀ ਨੂੰ ਜੋ ਚਾਹੀਦਾ ਸੀ ਉਹ ਮੰਗ ਲਿਆ ਤੇ ਤਿਆਰ ਹੋ ਕੇ ਜਦ ਸ਼ਹਿਰੋਂ ਬਾਹਰ ਨਿਕਲੀ ਤਾਂ ਅੱਗੋਂ ਇੱਕ ਹਾਜੀਆਂ ਦਾ ਕਾਫਲਾ ਮਿਲਿਆ। ਉਹਨਾਂ ਨੂੰ ਪੁੱਛਿਆ, ਤੁਸੀਂ ਕਿੱਥੇ ਜਾ ਰਹੇ ਹੋ? ਉਹਨਾਂ ਨੇ ਆਖਿਆ, ਮੱਕੇ ਦੀ ਯਾਤਰਾ ਕਰਨ ਜਾ ਰਹੇ ਹਾਂ। ਉਸ ਨੇ ਆਖਿਆ, ਮੈਨੂੰ ਵੀ ਨਾਲ ਲਈ ਜਾਓ। ਉਹਨਾਂ ਕਿਹਾ, ਚੰਗਾ। ਇਹ ਗੱਲ ਕਹਿ ਕੇ ਨਾਲ ਤੁਰ ਪਈ। ਤੁਰਦਿਆਂ ਤੁਰਦਿਆਂ ਜਿਸ ਵੇਲੇ ਮੱਕਾ 60 ਕੋਹ ਦੂਰ ਰਹਿ ਗਿਆ ਤਾਂ ਉਸ ਜਗ੍ਹਾ ਇੱਕ ਖੂਹ ਸੀ। ਰਹਿਬਾਂ ਨੇ ਆਪਣੇ ਸਾਥੀਆਂ ਨੂੰ ਕਿਹਾ, ਤੁਸੀਂ ਚੱਲੋ, ਮੈਂ ਇੱਥੇ ਨਮਾਜ਼ ਪੜ੍ਹ ਕੇ ਤੁਹਾਡੇ ਨਾਲ ਰਲ ਜਾਵਾਂਗੀ। ਉਹ ਸਾਥ ਤੁਰ ਪਿਆ ਤੇ ਇਸ ਨੇ ਜਦ ਖੂਹ ਪਰ ਖਲੋ ਕੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਤਾਂ ਇੱਕ ਕੁੱਤੀ ਜਿਸ ਨੇ ਬੱਚੇ ਦਿੱਤੇ ਹੋਏ ਸਨ ਉਹ ਆ ਕੇ ਕਤੂਰਿਆਂ ਸਮੇਤ ਵਿਰਲਾਪ ਕਰਨ ਲੱਗ ਪਈ। ਉਸ ਵੇਲੇ ਉਸ ਦੇ ਵਿਰਲਾਪ ਨੂੰ ਸੁਣ ਕੇ ਉਹ ਰਾਜ ਕੰਨਿਆ ਨਾ ਸਹਾਰ ਸਕੀ। ਉਸ ਖੂਹ ਤੇ ਡੋਲ ਦਾ ਕੋਈ ਪ੍ਰਬੰਧ ਨਹੀਂ ਸੀ। ਬਥੇਰਾ ਇੱਧਰ ਉੱਧਰ ਦੇਖਿਆ। ਆਖਰ ਉਸ ਵੇਲੇ ਇਸ ਨੇ ਆਪਣੇ ਸਿਰ ਦੇ ਪਟਕੇ ਵੱਟ ਚੜ੍ਹਾ ਕੇ ਰੱਸੀ ਵੱਟੀ ਤੇ ਆਪਣੇ ਸਿਰ ਦਾ ਕੱਪੜਾ ਬੰਨ੍ਹ ਕੇ ਖੂਹ ਵਿੱਚ ਲਮਕਾਇਆ। ਜਿਸ ਵੇਲੇ ਉਹ ਭਿੱਜ ਗਿਆ ਤਾਂ ਬਾਹਰ ਖਿੱਚ ਕੇ ਪਾਣੀ ਨਿਚੋੜ ਕੇ ਉਹ ਕੁੱਤੀ ਨੂੰ ਪਿਲਾਇਆ ਤੇ ਕਤੂਰਿਆਂ ਦੇ ਮੂੰਹ ਵਿੱਚ ਵੀ ਪਾਇਆ। ਪੀਂਦਿਆਂ ਸਾਰ ਉਹਨਾਂ ਨੂੰ ਠੰਡ ਪੈ ਗਈ। ਇਸ ਦੇ ਬਦਲੇ ਖੁਦਾ ਨੇ ਉਸ ਦੇ ਪਾਸ ਮੱਕਾ ਲੈ ਆਂਦਾ ਤੇ ਇਸ ਤਰ੍ਹਾਂ ਕਿਹਾ ਹੈ, ਹੇ ਰਹਿਬਾਂ, ਤੂੰ ਮੱਕੇ ਦੀ ਯਾਤਰਾ ਕਰਨ ਜਾ ਰਹੀ ਸੀ, ਪਰ ਇਸ ਦਇਆ ਕਰਨ ਨਾਲ ਹੁਣ ਮੱਕਾ ਤੇਰੀ ਯਾਤਰਾ ਕਰਨ ਆ ਗਿਆ ਹੈ। ਤੂੰ ਇਸ ਦਾ ਦਰਸ਼ਨ ਕਰ ਲੈ, ਤੇਰਾ ਕਰਮ ਥਾਂ ਪਿਆ ਹੈ। ਇਸੇ ਤਰ੍ਹਾਂ ਜੀਵਾਂ ਪਰ ਦਇਆ ਕਰਿਆ ਕਰ। ਦਇਆ ਕਰਕੇ ਸਾਰੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਭਗਤ ਕਬੀਰ ਜੀ ਨੇ ਕਿਹਾ ਹੈ, ਦਇਆ ਫੌਰੀ ਕਾਇਆ ਕਰ, ਧੂਈ ਦ੍ਰਿਸ਼ਟ ਕੀ ਅਗਨ ਜਲਾਵੈ। ਇੱਕ ਹੋਰ ਖੂਬੀ ਦੀ ਗੱਲ ਹੈ ਕਿ ਇਸ ਦੇ ਅੰਦਰ ਜਦ ਇੱਕ ਸਮਾਨਤਾ ਵਾਲਾ ਬ੍ਰਹਮ ਦ੍ਰਿਸ਼ਟੀ ਵਾਲਾ ਸੁਭਾਅ ਆ ਗਿਆ ਤਾਂ ਜਿਤਨੇ ਵੀ ਵਿਰੋਧੀ ਜਾਨਵਰ ਸਨ ਉਹ ਵੀ ਦੁਬਦਾ ਛੱਡ ਕੇ ਇਸ ਦੇ ਇਰਦ ਗਿਰਦ ਆ ਬੈਠੇ। ਉਧਰ ਮੱਕੇ ਦੀ ਯਾਤਰਾ ਕਰਨ ਵਾਸਤੇ ਇਬਰਾਹਿਮ ਪੈਗੰਬਰ ਮੁਰੀਦਾਂ ਨੂੰ ਆਪਣੇ ਨਾਲ ਲੈ ਕੇ ਪਹੁੰਚਿਆ ਤਾਂ ਕਾਬੇ ਨੂੰ ਅਸਲੀ ਥਾਂ ਪਰ ਨਾ ਵੇਖ ਕੇ ਪੁੱਛਦਾ ਹੈ, ਅੱਜ ਕੱਲ੍ਹ ਕਾਬਾ ਕਿੱਥੇ ਗਿਆ ਹੈ? ਦੱਸਣ ਵਾਲਿਆਂ ਨੇ ਦੱਸਿਆ ਕਿ ਖੁਦਾ ਦੇ ਪਿਆਰ ਵਾਲੀ ਪੂਰਨ ਭਗਤੀ ਕਰਨ ਵਾਲੀ ਲੜਕੀ ਹੈ। ਉਸ ਨੂੰ ਦਰਸ਼ਨ ਦੇ ਲਈ 60 ਕੋਹ ਪਰ ਗਿਆ ਹੈ। ਇਹ ਗੱਲ ਸੁਣ ਕੇ ਇਬਰਾਹਿਮ ਉਸੇ ਤਰਫ ਚਲਾ ਗਿਆ ਕਿ ਜਾ ਪੁੱਛਾਂਗਾ ਕਿ ਤੂੰ ਸਾਧਨਾ ਕੀ ਕੀਤੀ ਹੈ ਜਿਸ ਲਈ ਕਾਬਾ ਤੇਰੇ ਪਾਸ ਆਇਆ ਹੈ। ਰਾਹ ਵਿੱਚ ਇੱਕ ਤਕਿਆ ਸੀ। ਰਾਤ ਸਾਰੇ ਉੱਥੇ ਠਹਿਰੇ, ਖਾਣਾ ਵੀ ਉੱਥੇ ਖਾਧਾ। ਸਵੇਰੇ ਉੱਠ ਕੇ ਜਦ
ਰੈਬਾਂ ਪਾਸ ਪਹੁੰਚੇ ਤਾਂ ਕੀ ਦੇਖਿਆ, ਜਿਤਨੇ ਕੁ ਵਧੇਰੇ ਜਾਨਵਰ ਹਨ ਉਹ ਸਾਰੇ ਰੈਬਾਂ ਦੇ ਚਫੇਰੇ ਬੈਠੇ ਹਨ। ਜਿਸ ਵੇਲੇ ਉਹਨਾਂ ਨੇ ਇਬਰਾਹੀਮ ਨੂੰ ਦੇਖਿਆ ਤਾਂ ਸਾਰੇ ਉੱਠ ਕੇ ਚਲੇ ਗਏ। ਇਬਰਾਹੀਮ ਬਹੁਤ ਹੈਰਾਨ ਹੋ ਕੇ ਪੁੱਛਦਾ ਹੈ, ਬੀਬੀ, ਅੱਗੇ ਮੈਨੂੰ ਜੋ ਇੱਕ ਸੰਸਾ ਸੀ ਹੁਣ 2 ਸੰਸੇ ਹੋ ਗਏ ਹਨ। ਇੱਕ ਸੰਸਾ ਪਾਸ ਆਇਆ ਹੈ, ਦੂਜਾ ਸੰਸਾ ਇਹ ਕਹਿ ਕੇ ਇਹ ਜਾਨਵਰ ਤੇਰੇ ਚਫੇਰੇ ਬੈਠੇ ਸਨ, ਮੇਰੇ ਆਇਆ ਕਿਉਂ ਚਲੇ ਗਏ ਹਨ? ਰੈਬਾਂ ਕਿਹਾ, ਤੂੰ ਰਾਤੀ ਕੀ ਖਾਧਾ ਸੀ? ਇਬਰਾਹੀਮ ਨੇ ਕਿਹਾ, ਮਾਸ ਦਾ ਖਾਣਾ ਖਾਧਾ ਸੀ। ਰੈਬਾਂ ਨੇ ਕਿਹਾ, ਇਸੇ ਕਰਕੇ ਇਹ ਜਾਨਵਰ ਤੈਨੂੰ ਦੇਖ ਕੇ ਦੌੜ ਗਏ, ਕਿਉਂਕਿ ਤੂੰ ਇਹਨਾਂ ਦਾ ਵਿਰੋਧੀ ਹੈ। ਮੇਰੇ ਕੋਲ ਮੱਕਾ ਇਸ ਵਾਸਤੇ ਆਇਆ ਹੈ, ਮੈਂ ਤਿਹਾਈ ਕੁੱਤੀ ਨੂੰ ਕਤੂਰਿਆਂ ਸਮੇਤ ਪਾਣੀ ਪਿਲਾ ਕੇ ਉਹਨਾਂ ਦੇ ਦੁੱਖ ਨੂੰ ਦੂਰ ਕੀਤਾ ਹੈ। ਜੇ ਤੈਨੂੰ ਵੀ ਇੱਛਾ ਹੈ ਤਾਂ ਤੂੰ ਵੀ ਦਇਆ ਕਰਿਆ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।